ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਮੋਹਿਤ ਰੂਬਲ। ਪੰਜਾਬ ਮੇਲ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਪੰਜਾਬ ਮੇਲ ਖਬਰਾਂ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਸਟੇਟ ਦੀ ਦੁਨੀਆ ਵਿੱਚ ਮੰਨਿਆ ਪਰਮੰਨਿਆ ਨਾਮ। ਤੇ ਹੁਣ ਪੇਸ਼ ਨੇ ਅੱਜ ਦੀਆਂ 94ਵੀਆਂ ਖਬਰਾਂ। ਅਮਰੀਕੀ ਕਾਂਗਰਸਮੈਨਾਂ ਨੇ ਭਾਰਤ 'ਚ ਚੱਲ ਰਹੇ ਕਿਸਾਨ ਅੰਦੋਲਨ ਦੀ ਕੀਤੀ ਹਮਾਇਤ। ਭਾਰਤ ਸਰਕਾਰ ਨੂੰ ਮੰਗਾਂ ਮੰਨਣ ਲਈ ਕੀਤੀ ਅਪੀਲ। ਬਾਈਡਨ ਅਮਰੀਕੀ ਸੇਵਾ ਮੁਕਤ ਜਨਰਲ ਲੋਇਡ ਆਸਟਿਨ ਨੂੰ ਕਰ ਸਕਦੇ ਨੇ ਡਿਫੈਂਸ ਸੈਕਟਰੀ ਵਜੋਂ ਨਿਯੁਕਤ। ਕੈਨੇਡਾ 'ਚ ਰਾਜ ਚੌਹਾਨ ਪਹਿਲੇ ਪੰਜਾਬੀ ਸਪੀਕਰ ਬਣੇ। 1973 'ਚ ਪੰਜਾਬ ਤੋਂ ਪਰਿਵਾਰ ਸਣੇ ਆਏ ਸਨ ਕੈਨੇਡਾ। ਆਸਟ੍ਰੇਲੀਆ 'ਚ ਚੀਨੀ ਕੰਪਨੀ ਨੇ ਖਰੀਦਿਆ ਆਈਲੈਂਡ। ਸਥਾਨਕ ਲੋਕਾਂ ਨੇ ਐਂਟਰੀ ਉੱਤੇ ਲਾਈ ਰੋਕ। ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਉਚਾਈ ਵਧੀ। ਅਮਰੀਕਾ 'ਚ ਰੁਕ ਨਹੀਂ ਰਿਹਾ ਕਰੋਨਾ ਦਾ ਕਹਿਰ। ਦੂਜੇ ਦੌਰ ਦੀ ਮਹਾਮਾਰੀ ਜ਼ਿਆਦਾ ਘਾਤਕ। ਨੇਪਾਲ 'ਚ ਹੁਣ ਰਾਜਾਸ਼ਾਹੀ ਬਹਾਲੀ ਲਈ ਅੰਦੋਲਨ। ਮਹਿਜ਼ 12 ਸਾਲਾਂ 'ਚ ਜਨਤਾ ਦਾ ਲੋਕਤੰਤਰ ਤੋਂ ਮੋਹ ਭੰਗ। ਯੂਕੇ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਦੀ ਮੁਹਿੰਮ ਹੋਈ ਸ਼ੁਰੂ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ 100 ਦਿਨਾਂ ਵਿੱਚ 10 ਕਰੋੜ ਲੋਕਾਂ ਦਾ ਹੋਵੇਗਾ ਟੀਕਾਕਰਨ। ਤੇ ਹੁਣ ਪੇਸ਼ ਨੇ ਖਬਰਾਂ ਵਿਸਤਾਰ ਨਾਲ। ਅਮਰੀਕੀ ਕਾਂਗਰਸਮੈਨਾਂ ਨੇ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਨਵੇਂ ਖੇਤੀਬਾੜੀ ਬਿੱਲਾਂ ਖਿਲਾਫ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨਾਂ ਦਾ ਸਮਰਥਨ ਕੀਤਾ। 2 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਅੰਦੋਲਨ 'ਚ ਕਿਸਾਨ ਭਾਰਤ ਦੀ ਰਾਜਧਾਨੀ 'ਚ ਡਟੇ ਹੋਏ ਨੇ ਅਤੇ ਖੇਤੀ ਬਿੱਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਭਾਰਤ ਵਿੱਚ ਕਿਸਾਨਾਂ ਲਈ ਆਪਣੀ ਚਿੰਤਾ ਪ੍ਰਗਟ ਕਰਨ ਉੱਤੇ ਅਮਰੀਕਾ ਸਥਿਤ ਸਿੱਖ ਜਥੇਬੰਦੀਆਂ ਨੇ ਅਮਰੀਕਾ ਕਾਂਗਰਸਮੈਨਾਂ ਦੀ ਪ੍ਰਸ਼ੰਸਾ ਕੀਤੀ। ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਅਤੇ ਪ੍ਰਧਾਨ ਜਸਵੰਤ ਸਿੰਘ ਹੋਠੀ ਨੇ ਕਿਸਾਨਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਵਾਲੀ ਭਾਰਤ ਸਰਕਾਰ ਨੂੰ ਕਰੜੇ ਹੱਥੀਂ ਲੈਣ ਲਈ ਸਰਾਹਨਾ ਕੀਤੀ। ਅਮਰੀਕਾ 'ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਾਂਗਰਸਮੈਨ ਜੋਹਨ ਗੈਰਾਮੰਡੀ, ਜਿਮ ਕੋਸਟਾ ਅਤੇ ਸ਼ੀਲਾ ਜੈਕਸਨ ਲੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਕਿਸਾਨ ਨਵੇਂ ਖੇਤੀ ਕਾਨੂੰਨਾਂ ਬਾਰੇ ਬਣੇ ਬਿੱਲਾਂ ਨੂੰ ਖਤਮ ਕਰਨ ਲਈ ਰੋਸ ਪ੍ਰਦਰਸ਼ਨ ਕਰ ਰਹੇ ਨੇ। ਕਾਂਗਰਸਮੈਨਾਂ ਦਾ ਕਹਿਣਾ ਹੈ ਕਿ ਉਹ ਭਾਰਤ ਸਰਕਾਰ ਵੱਲੋਂ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੀ ਪ੍ਰਤੀਕਿਰਿਆ ਉੱਤੇ ਡੂੰਘੀ ਚਿੰਤਾ ਵਿੱਚ ਨੇ, ਜਿਨ੍ਹਾਂ ਨੇ ਕਥਿਤ ਤੌਰ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ਾਂਤੀਪੂਰਵਕ ਵਿਰੋਧ ਵਿੱਚ ਇਕੱਠਾ ਹੋਣ ਦੇ ਅਧਿਕਾਰ ਨੂੰ ਦਬਾ ਦਿੱਤਾ ਹੈ। ਅਮਰੀਕਾ ਦੀ ਇੱਕ ਹੋਰ ਪ੍ਰਮੁੱਖ ਸਿੱਖ ਸੰਸਥਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਵੀ ਕਾਂਗਰਸਮੈਨਾਂ ਦਾ ਧੰਨਵਾਦ ਕੀਤਾ ਅਤੇ ਕਿਸਾਨਾਂ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਅਧਿਕਾਰਾਂ ਉੱਤੇ ਭਾਰਤ ਸਰਕਾਰ ਵੱਲੋਂ ਲਾਈਆਂ ਰੋਕਾਂ ਦੀ ਅਮਰੀਕੀ ਸੰਸਦ 'ਚ ਮਾਮਲਾ ਚੁੱਕਣ ਲਈ ਬੇਨਤੀ ਕੀਤੀ। ਅਮਰੀਕੀ ਕਾਂਗਰਸਮੈਨਾਂ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਈ ਭਾਰਤੀਆਂ ਨਾ ਸਿਰਫ ਕਿਸਾਨਾਂ ਬਲਕਿ ਧਾਰਮਿਕ ਘੱਟ ਗਿਣਤੀਆਂ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਅਧਿਕਾਰਾਂ ਨੂੰ ਘੱਟ ਕਰਨ ਤੋਂ ਦੁਖੀ ਹੈ। ਕਾਂਗਰਸਮੈਨਾਂ ਨੇ ਸਖਤ ਸ਼ਬਦਾਂ 'ਚ ਭਾਰਤੀ ਰਾਜਦੂਤ ਨੂੰ ਜਾਣੂ ਕਰਵਾਇਆ ਕਿ ਉਹ ਬੇਨਤੀ ਕਰਦੇ ਨੇ ਕਿ ਭਾਰਤ ਉਹਨਾਂ ਕਿਸਾਨਾਂ ਦੇ ਨਾਲ ਲੋਕਤੰਤਰਿਕ ਕੀਮਤਾਂ ਦਾ ਇੱਕ ਮਾਡਲ ਪੇਸ਼ ਕਰੇ ਜੋ ਆਪਣੇ ਅਧਿਕਾਰਾਂ ਲਈ ਸ਼ਾਂਤੀਪੂਰਕ ਪ੍ਰਦਰਸ਼ਨ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਿਤਪਾਲ ਸਿੰਘ, ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ। ਅਮਰੀਕਾ ਦੀ ਕਾਂਗਰਸ ਦੇ ਵਿੱਚ ਜੋ ਸਦਨ ਦੇ ਵਿੱਚ ਸਾਡਾ ਜੋ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਹੈ, ਜਿਸ ਦੇ ਕੋਈ 50 ਦੇ ਕਰੀਬ ਬਾਈ ਪਾਰਟੀਸ਼ਨ ਮੈਂਬਰ ਨੇ, ਉਸ ਦੇ ਕੋ-ਚੇਅਰ ਡੈਮੋਕ੍ਰੈਟਿਕ ਪਾਰਟੀ ਵੱਲੋਂ ਜੋਹਨ ਗਰਮੈਂਡੀ, ਉਹਨਾਂ ਨੇ ਪਿਛਲੇ ਦਿਨਾਂ ਵਿੱਚ ਜੋ ਕਿ ਸਟੇਟਮੈਂਟ ਦਿੱਤੀ ਹੈ ਕਿ ਹਿੰਦੁਸਤਾਨ ਦੇ ਵਿੱਚ ਜੋ ਸੰਘਰਸ਼ਕਾਰੀ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ, ਜਿਨ੍ਹਾਂ ਨੂੰ ਕਿ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਲੀਡ ਕਰ ਰਹੇ ਨੇ, ਉਹਨਾਂ ਦੇ ਹੱਕ ਵਿੱਚ ਜੋ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ, ਅਸੀਂ ਉਸ ਦੀ ਪੁਰਜ਼ੋਰ ਸ਼ਲਾਘਾ ਕਰਦੇ ਹਾਂ ਅਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਹਿਊਮਨ ਰਾਈਟਸ ਤੇ ਔਰ ਪੀਸਫੁਲ ਪ੍ਰੋਟੈਸਟ ਤੇ ਅਤੇ ਆਪਣੇ ਅਧਿਕਾਰ ਜੋ ਉਹ ਕਿਸੇ ਵੀ ਸਰਕਾਰ ਦੇ, ਹਿੰਦੁਸਤਾਨ ਦੀ ਸਰਕਾਰ ਦੇ ਜੋ ਅੱਗੇ ਰੱਖਣ ਵਾਸਤੇ ਉਹਨਾਂ ਨੇ ਹਮਾਇਤ ਕੀਤੀ ਆ। ਅਸੀਂ ਬੜੇ ਖੁੱਲ੍ਹੇ ਸ਼ਬਦਾਂ ਵਿੱਚ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ ਔਰ ਆਸ ਰੱਖਦੇ ਹਾਂ ਕਿ ਹਿੰਦੁਸਤਾਨ ਦੀ ਸਰਕਾਰ ਕਾਂਗਰਸ ਦੇ ਇਹਨਾਂ ਮੈਂਬਰਾਂ ਦੀ ਕਹੀ ਹੋਈ ਗੱਲ ਤੇ ਅਮਲ ਕਰੇਗੀ ਔਰ ਕਿਸਾਨਾਂ ਨੂੰ ਜਿਹੜੇ ਕਿ ਲੰਬੇ ਸਮੇਂ ਤੋਂ ਇੱਦਾਂ ਦੀ ਕੜਕਦੀ ਠੰਡ ਵਿੱਚ ਜੂਝ ਰਹੇ ਨੇ, ਉਹਨਾਂ ਦੀਆਂ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਕੇ ਜੋ ਕਿ ਕਾਲੇ ਕਾਨੂੰਨ ਪਿਛਲੇ 5-6 ਮਹੀਨੇ ਤੋਂ ਜਿਨ੍ਹਾਂ ਦੇ ਸੰਘਰਸ਼ ਚੱਲ ਰਿਹਾ, ਜਿਹੜੇ ਕਾਲੇ ਕਾਨੂੰਨ 3 ਬਿੱਲ ਹਿੰਦੁਸਤਾਨ ਦੀ ਸਰਕਾਰ ਲੈ ਕੇ ਆਈ ਹੈ, ਕਿਸਾਨਾਂ ਦੀ ਮੰਗਾਂ ਦੇ ਮੁਤਾਬਕ ਇਹ ਤਿੰਨੇ ਹੀ ਬਿੱਲ ਜਿਹੜੇ ਆ ਇਹਨਾਂ ਨੂੰ ਸਕ੍ਰੈਪ ਕੀਤਾ ਜਾਵੇ। ਮਿਨੀਮਮ ਸਪੋਰਟ ਪ੍ਰਾਈਸ ਉਸ ਨੂੰ ਯਕੀਨੀ ਬਣਾਇਆ ਜਾਵੇ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Harpreet Singh Sandhu. Today, we, the American Sikh Caucus Committee, join the American Sikh Congressional Caucus, its chairman,
along with 50 other members of Congress, in our unanimous support for the farmers of Punjab and the farmers of all of India in their freedom of speech, freedom of assembly against the 3 laws that have been passed against the farmers. We strongly urge the Indian government to repeal these laws and allow the farmers to flourish. Unfortunately, in their effort to come to Delhi, they have been subjected to water cannons, tear gas, and lathi charges, and in obstructions of access. We strongly urge the Indian government to not allow this to occur. Let the farmers go home peacefully. Thank you. ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਦੁਆਰਾ ਸੇਵਾ ਮੁਕਤ ਆਰਮੀ ਜਨਰਲ ਲੋਇਡ ਆਸਟਿਨ ਨੂੰ ਰੱਖਿਆ ਸਕੱਤਰ ਨਿਯੁਕਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ। ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ 67 ਸਾਲਾ ਆਸਟਿਨ ਇੱਕ ਸੇਵਾ ਮੁਕਤ ਜਨਰਲ ਅਤੇ ਸੰਯੁਕਤ ਰਾਜ ਦੀ ਕੇਂਦਰੀ ਕਮਾਂਡ ਦੇ ਸਾਬਕਾ ਮੁਖੀ ਰੱਖਿਆ ਵਿਭਾਗ ਦੀ ਅਗਵਾਈ ਕਰਨ ਵਾਲੇ ਪਹਿਲੇ ਅਫਰੀਕੀ ਅਮਰੀਕੀ ਹੋਣਗੇ। ਇੰਨਾ ਹੀ ਨਹੀਂ, ਆਸਟਿਨ ਕੇਂਦਰੀ ਕਮਾਂਡ ਦੀ ਅਗਵਾਈ ਕਰਨ ਵਾਲੇ ਵੀ ਪਹਿਲੇ ਬਲੈਕ ਅਮਰੀਕੀ ਸਨ। ਆਸਟਿਨ ਨੂੰ ਇਸ ਨੌਕਰੀ ਦੀ ਪੇਸ਼ਕਸ਼ ਐਤਵਾਰ ਨੂੰ ਕੀਤੀ ਗਈ, ਜਿਸ ਨਾਲ ਉਹ ਪਹਿਲੇ 1 ਹਫ਼ਤੇ ਵਿੱਚ ਇਸ ਅਹੁਦੇ ਲਈ ਸਭ ਤੋਂ ਅੱਗੇ ਨੇ, ਜਦਕਿ ਬਾਈਡਨ ਨਾਲ ਉਸ ਦਾ ਸੰਬੰਧ ਕਈ ਸਾਲ ਪਹਿਲਾਂ ਦਾ ਹੈ। ਬਾਈਡਨ ਦੀ ਟੀਮ ਆਸਟਿਨ ਨੂੰ ਡਿਫੈਂਸ ਵਿਭਾਗ ਵਿੱਚ ਡੂੰਘੇ ਤਜਰਬੇ ਵਾਲੇ ਵਿਅਕਤੀ ਦੇ ਰੂਪ ਵਿੱਚ ਦੇਖਦੀ ਹੈ ਅਤੇ ਜੇ ਉਹਨਾਂ ਦੀ ਸੈਨੇਟ ਦੁਆਰਾ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਆਸਟਿਨ ਨੂੰ ਸੁਰੱਖਿਆ ਸਕੱਤਰ ਵਜੋਂ ਸੇਵਾ ਨਿਭਾਉਣ ਲਈ ਇੱਕ ਕਾਂਗਰਸਨਲ ਛੋਟ ਦੀ ਜ਼ਰੂਰਤ ਹੋਵੇਗੀ, ਕਿਉਂਕਿ ਆਸਟਿਨ 7 ਸਾਲ ਤੋਂ ਵੀ ਘੱਟ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਹੋਇਆ ਸੀ। ਇਸ ਤੋਂ ਇਲਾਵਾ ਬਾਈਡਨ ਦੁਆਰਾ ਕੀਤੀਆਂ ਗਈਆਂ ਹੋਰ ਨਾਮਜ਼ਦਗੀਆਂ ਅਜੇ ਸੈਨੇਟ ਦੀ ਪੁਸ਼ਟੀ ਦੇ ਅਧੀਨ ਨੇ। BC ਦੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਬਰਨਬੀ ਐਡਮੰਡਸ ਤੋਂ 5ਵੀਂ ਵਾਰ MLA ਬਣਨ ਵਾਲੇ ਰਾਜ ਚੌਹਾਨ ਨੂੰ ਸਦਨ ਦਾ ਸਪੀਕਰ ਚੁਣ ਲਿਆ ਗਿਆ ਹੈ। ਉਹ ਕੈਨੇਡੀਅਨ ਇਤਿਹਾਸ ਵਿੱਚ BC ਲੈਜਿਸਲੇਚਰ ਦੇ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਇਮੀਗ੍ਰੈਂਟ ਪੰਜਾਬੀ ਸਿੱਖ ਅਤੇ ਸਾਊਥ ਏਸ਼ੀਅਨ ਹਨ ਜੋ ਇਸ ਵਕਾਰੀ ਅਹੁਦੇ ਉੱਪਰ ਪੁੱਜੇ ਨੇ। ਉਹਨਾਂ ਦਾ ਪਰਿਵਾਰ ਪੰਜਾਬ ਤੋਂ 1973 ਵਿੱਚ ਕੈਨੇਡਾ ਪ੍ਰਵਾਸ ਕਰਕੇ ਆਇਆ ਸੀ। ਉਹਨਾਂ ਕੈਨੇਡੀਅਨ ਫਾਰਮ ਵਰਕਰਸ ਯੂਨੀਅਨ ਵਿੱਚ ਕੰਮ ਕਰਨ ਤੋਂ ਪਹਿਲਾਂ ਖੇਤਾਂ ਵਿੱਚ ਇੱਕ ਵਰਕਰ ਵਜੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਪ੍ਰੀਮੀਅਰ ਜੋਹਨ ਹੌਰਗਨ ਨੇ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੱਕ ਪਹਿਲੇ ਸਿੱਖ ਤੇ ਪੰਜਾਬੀ ਬੋਲਣ ਵਾਲੇ ਸਪੀਕਰ ਦੀ ਚੋਣ ਸਾਡੇ ਲਈ ਇਤਿਹਾਸਿਕ ਪਲ ਨੇ। ਲਿਬਰਲ ਅੰਤਰਿਮ ਲੀਡਰ ਸ਼ਰਲੀ ਬੋਰਡ ਨੇ ਵੀ ਸਪੀਕਰ ਦੀ ਚੋਣ ਨੂੰ ਇੱਕ ਸੁਪਨਾ ਸੱਚ ਹੋਣਾ ਦੱਸਿਆ। ਇਸ ਮੌਕੇ ਚੌਹਾਨ ਨੇ ਸਦਨ ਦਾ ਧੰਨਵਾਦ ਕਰਦਿਆਂ ਸਪੀਕਰ ਦੇ ਅਹੁਦੇ ਨੂੰ ਆਪਣੇ ਲਈ ਵੱਡਾ ਮਾਣ ਦੱਸਿਆ। ਉਹਨਾਂ ਕਿਹਾ ਕਿ ਮੈਂ ਇਸ ਦਿਨ ਬਾਰੇ ਕਦੇ ਸੋਚਿਆ ਵੀ ਨਹੀਂ ਸੀ। ਉਹਨਾਂ ਉਹ ਦਿਨ ਵੀ ਵੇਖੇ ਨੇ ਜਦੋਂ ਕੋਈ ਰੰਗਦਾਰ ਬੰਦਾ ਲੈਜਿਸਲੇਚਰ ਦੀ ਇਮਾਰਤ ਵਿੱਚ ਦਾਖਲ ਹੋਣ ਬਾਰੇ ਸੋਚ ਵੀ ਨਹੀਂ ਸਕਦਾ ਸੀ, ਪਰ ਸਾਡੇ ਬਜ਼ੁਰਗਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਉਹਨਾਂ ਨਿਆਂ ਅਤੇ ਸਮਾਨਤਾ ਲਈ ਆਪਣਾ ਸੰਘਰਸ਼ ਸਦਾ ਜਾਰੀ ਰੱਖਿਆ। ਅਜੋਕੇ ਸਮੇਂ ਵਿੱਚ ਆਸਟ੍ਰੇਲੀਆ ਵਿੱਚ ਚੀਨ ਪ੍ਰਤੀ ਇੱਕ ਵੱਧ ਰਹੀ ਨਕਾਰਾਤਮਕਤਾ ਆਈ ਹੈ ਅਤੇ ਦੋਵਾਂ ਦੇਸ਼ਾਂ ਦੇ ਆਪਸ ਵਿੱਚ ਸਬੰਧ ਮਹੱਤਵਪੂਰਨ ਰੂਪ ਵਿੱਚ ਖਰਾਬ ਹੋਏ ਨੇ। ਇਸ ਦੌਰਾਨ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਚੀਨੀ ਕੰਪਨੀ ਨੇ ਆਸਟ੍ਰੇਲੀਆ ਦੇ ਆਈਡਿਲਿਕ ਆਈਲੈਂਡ ਉੱਤੇ ਆਸਟ੍ਰੇਲੀਆਈ ਲੋਕਾਂ ਦੇ ਪ੍ਰਵੇਸ਼ ਉੱਤੇ ਪਾਬੰਦੀ ਲਗਾਈ ਹੈ, ਜਿਸ ਨੂੰ ਉਸਨੇ ਪਿਛਲੇ ਸਾਲ ਖਰੀਦਿਆ ਸੀ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਉਹਨਾਂ ਨੇ ਟਾਪੂ ਦੇ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ ਅਤੇ ਕੰਪਨੀ ਜਨਤਕ ਸੜਕਾਂ ਦੀ ਵਰਤੋਂ ਉੱਤੇ ਵੀ ਪਾਬੰਦੀ ਲਗਾ ਰਹੀ ਹੈ। ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ ਚੀਨੀ ਕੰਪਨੀ ਚਾਈਨਾ ਬਲੂਮ ਨੇ ਪਿਛਲੇ ਸਾਲ 99 ਸਾਲਾਂ ਦੇ ਲੀਜ਼ ਉੱਤੇ ਪਿਛਲੇ ਸਾਲ ਇਸ ਟਾਪੂ ਦਾ ਹਿੱਸਾ ਲਿਆ ਸੀ। ਇਹ ਟਾਪੂ ਮੱਧ ਪੂਰਬ ਕੁਈਨਜ਼ਲੈਂਡ ਤੋਂ 34 ਕਿਲੋਮੀਟਰ ਦੂਰ ਮੈਕੇ ਵਿੱਚ ਸਥਿਤ ਹੈ। ਆਸਟ੍ਰੇਲੀਆ ਦੇ ਨਾਗਰਿਕ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਨੇ। ਲੋਕਾਂ ਦਾ ਦੋਸ਼ ਹੈ ਕਿ ਚੀਨੀ ਕੰਪਨੀ ਨੇ ਇਸ ਟਾਪੂ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਵਿਸ਼ਵ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੀ ਉਚਾਈ ਪਹਿਲੇ ਤੋਂ ਵੱਧ ਗਈ ਹੈ, ਹਾਲਾਂਕਿ ਇਹ ਵਾਧਾ ਸਿਰਫ 86 ਸੈਂਟੀਮੀਟਰ ਹੀ ਹੈ। ਨੇਪਾਲ ਅਤੇ ਚੀਨ ਨੇ ਸਾਂਝੇ ਤੌਰ ਉੱਤੇ ਐਲਾਨ ਕੀਤਾ ਹੈ ਕਿ ਮਾਊਂਟ ਐਵਰੈਸਟ ਦੀ ਨਵੀਂ ਉਚਾਈ ਹੁਣ 8848.86 ਮੀਟਰ ਹੈ। ਇਹ ਉਚਾਈ ਸਾਲ 1954 ਵਿੱਚ ਸਰਵੇ ਆਫ ਇੰਡੀਆ ਵੱਲੋਂ ਮਾਪੀ ਗਈ ਉਚਾਈ ਤੋਂ 86 ਸੈਂਟੀਮੀਟਰ ਜ਼ਿਆਦਾ ਹੈ। ਨੇਪਾਲ ਵਿੱਚ ਸਾਲ 2015 ਵਿੱਚ ਆਏ ਤਬਾਹਕੁਨ ਭੂਚਾਲ ਪਿੱਛੋਂ ਹੀ ਇਹ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਕਿ ਮਾਊਂਟ ਐਵਰੈਸਟ ਦੀ ਉਚਾਈ ਵਿੱਚ ਬਦਲਾਅ ਹੋਇਆ ਹੈ। ਇਹਨਾਂ ਅਟਕਲਾਂ ਦੇ ਬਾਅਦ ਹੀ ਨੇਪਾਲ ਸਰਕਾਰ ਨੇ ਐਵਰੈਸਟ ਦੀ ਸਹੀ ਉਚਾਈ ਮਾਪਣ ਦਾ ਫੈਸਲਾ ਕੀਤਾ। ਹੁਣ ਤਾਜ਼ਾ ਨਾਪ ਪਿੱਛੋਂ ਇਸ ਵਿਵਾਦ ਦਾ ਅੰਤ ਹੋ ਗਿਆ। ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਿਆਵਲੀ ਨੇ ਕਾਠਮੰਡੂ ਵਿੱਚ ਕਿਹਾ ਕਿ ਮਾਊਂਟ ਐਵਰੈਸਟ ਦੀ ਉਚਾਈ ਨੂੰ ਪੂਰਨ ਗਠਿਤ ਕੀਤਾ ਗਿਆ ਅਤੇ ਹੁਣ ਇਸ ਦੀ ਉਚਾਈ 8848.86 ਮੀਟਰ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਚੀਨ ਨੇ ਮਾਊਂਟ ਐਵਰੈਸਟ ਦੀ ਉਚਾਈ 8844.43 ਮੀਟਰ ਨਾਪੀ ਸੀ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਬਣਿਆ ਰਹੇਗਾ। ਫਿਲਹਾਲ ਸਮਾਂ ਹੋ ਚੁੱਕਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਟਰੱਕਾਂ ਵਾਲੇ ਭਰਾਵਾਂ ਲਈ ਖੁਸ਼ਖਬਰੀ। US ਫਿਊਲ ਸਰਵਿਸਿਜ਼ ਵਾਲੇ ਤੁਹਾਡੇ ਟਰੱਕਾਂ ਦੇ ਡੀਜ਼ਲ ਲਈ ਲੈ ਕੇ ਆਏ ਨੇ
ਵਿਸ਼ੇਸ਼ ਛੋਟ। ਜੇ ਤੁਸੀਂ ਇਹਨਾਂ ਦਾ ਫਿਊਲ ਕਾਰਡ ਪਾਇਲਟ ਫਲਾਈਂਗ ਟਰੱਕ ਸਟਾਪ ਤੇ ਵਰਤਦੇ ਹੋ ਤੇ ਇਹ ਤੁਹਾਨੂੰ ਦਿਵਾਉਂਦੇ ਨੇ 40 ਤੋਂ 50 ਸੈਂਟ ਪਰ ਗੈਲਨ ਦਾ ਡਿਸਕਾਊਂਟ। ਭੁੱਲੋ ਨਾ, ਅੱਜ ਹੀ ਐਕਸਲ ਫਿਊਲ ਕਾਰਡ ਤੇ 19 ਫਿਊਲ ਨੈਟਵਰਕ ਅਪਲਾਈ ਕਰੋ ਤੇ ਆਪਣੇ ਟਰੱਕਿੰਗ ਬਿਜ਼ਨਸ ਨੂੰ ਫਾਇਦੇਮੰਦ ਬਣਾਓ। US ਫਿਊਲ ਸਰਵਿਸਿਜ਼ ਨੂੰ ਅੱਜ ਹੀ ਕਾਲ ਕਰੋ 916 919 7061 916 919 7061 916 686 6713 916 686 6713। ਬ੍ਰੇਕ ਤੋਂ ਬਾਅਦ ਪਰ ਫਿਰ ਸਵਾਗਤ ਹੈ ਪੰਜਾਬ ਮੇਲ ਖਬਰਾਂ ਦੇ ਵਿੱਚ। ਅਮਰੀਕਾ ਵਿੱਚ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ। ਪਹਿਲੇ ਦੌਰ ਦੀ ਤੁਲਨਾ ਵਿੱਚ ਦੂਜੇ ਦੌਰ ਦੀ ਮਹਾਮਾਰੀ ਜ਼ਿਆਦਾ ਘਾਤਕ ਸਾਬਤ ਹੋ ਰਹੀ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਹਫ਼ਤੇ ਰੋਜ਼ਾਨਾ ਔਸਤਨ 1,93,000 ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ। ਅਮਰੀਕਾ ਵਿੱਚ ਹੁਣ ਤੱਕ 1,49,33,000 ਤੋਂ ਜ਼ਿਆਦਾ ਕਰੋਨਾ ਪ੍ਰਭਾਵਿਤ ਕੇਸ ਮਿਲੇ ਨੇ ਅਤੇ 2,83,000 ਤੋਂ ਜ਼ਿਆਦਾ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਨੇ ਦੱਸਿਆ ਕਿ ਮਹਾਮਾਰੀ ਕਾਰਨ ਦੇਸ਼ ਵਿੱਚ 1,10,000 ਤੋਂ ਜ਼ਿਆਦਾ ਰੈਸਟੋਰੈਂਟਸ ਬੰਦ ਹੋ ਚੁੱਕੇ ਨੇ। ਖਬਰ ਏਜੰਸੀ ਰਾਈਟਰ ਦੇ ਡਾਟਾ ਅਨੁਸਾਰ ਅਮਰੀਕਾ ਵਿੱਚ ਮਹਾਮਾਰੀ ਸਿਖਰ ਉੱਤੇ ਪਹੁੰਚ ਗਈ ਹੈ। ਪਿਛਲੇ ਹਫ਼ਤੇ ਰੋਜ਼ਾਨਾ ਔਸਤਨ 1,93,863 ਪੋਜ਼ਿਟਿਵ ਕੇਸ ਮਿਲੇ, ਜਦਕਿ ਬੀਤੇ 24 ਘੰਟੇ ਦੌਰਾਨ ਕਰੀਬ 2 ਲੱਖ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇਸ਼ ਵਿੱਚ 4 ਨਵੰਬਰ ਤੋਂ ਰੋਜ਼ਾਨਾ 1 ਲੱਖ ਤੋਂ ਜ਼ਿਆਦਾ ਕਰੋਨਾ ਪ੍ਰਭਾਵਿਤ ਕੇਸ ਸਾਹਮਣੇ ਆ ਰਹੇ ਨੇ। ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਸਭ ਤੋਂ ਜ਼ਿਆਦਾ ਕਰੋਨਾ ਪੀੜਤ ਮਿਲ ਰਹੇ ਨੇ। ਪਹਿਲੇ ਦੌਰ ਦੀ ਮਹਾਮਾਰੀ ਦਾ ਕੇਂਦਰ ਰਹੇ ਇਸ ਸੂਬੇ ਵਿੱਚ ਬੀਤੇ 24 ਘੰਟਿਆਂ ਵਿੱਚ 27,000 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇੱਕ ਦਿਨ ਪਹਿਲੇ 30,000 ਤੋਂ ਜ਼ਿਆਦਾ ਮਾਮਲੇ ਮਿਲੇ ਸਨ। ਕੈਲੀਫੋਰਨੀਆ ਵਿੱਚ ਮਹਾਮਾਰੀ ਨਾਲ ਨਿਪਟਣ ਲਈ ਸਖਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ। ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ। ਇਸ ਸੂਬੇ ਵਿੱਚ ਹੁਣ ਤੱਕ ਕਰੀਬ 14 ਲੱਖ ਮਾਮਲੇ ਸਾਹਮਣੇ ਆਏ ਨੇ। ਗੁਆਂਢੀ ਦੇਸ਼ ਨੇਪਾਲ ਵਿੱਚ ਲੋਕਤੰਤਰ ਵਿਰੁੱਧ ਲੋਕਾਂ ਦਾ ਗੁੱਸਾ ਹੋਰ ਤੇਜ਼ ਹੋ ਚੁੱਕਿਆ ਹੈ। ਮਹਿਜ਼ 12 ਸਾਲਾਂ ਵਿੱਚ ਇੱਥੋਂ ਦੀ ਜਨਤਾ ਦਾ ਲੋਕਤੰਤਰ ਤੋਂ ਮੋਹ ਭੰਗ ਹੋ ਚੁੱਕਿਆ। ਦੇਸ਼ ਦੇ ਅੰਦਰੂਨੀ ਤੇ ਬਾਹਰੀ ਮੁੱਦਿਆਂ ਨੂੰ ਲੈ ਕੇ ਲੋਕ ਭਾਵਨਾ ਉੱਤੇ ਖਰੀ ਨਹੀਂ ਉਤਰ ਰਹੀ ਸਰਕਾਰ ਨੂੰ ਲੋਕਾਂ ਦਾ ਗੁੱਸਾ ਝੱਲਣਾ ਪੈ ਰਿਹਾ। ਮਹਿੰਗਾਈ, ਬੇਰੁਜ਼ਗਾਰੀ ਤੇ ਮੁੱਢਲੀਆਂ ਸਹੂਲਤਾਂ ਲਈ ਜੂਝ ਰਹੇ ਲੋਕ ਪ੍ਰਧਾਨ ਮੰਤਰੀ KP ਸ਼ਰਮਾ ਓਲੀ ਦੇ ਚੀਨ ਪ੍ਰਤੀ ਝੁਕਾਅ ਤੋਂ ਵੀ ਨਾਰਾਜ਼ ਨੇ। ਸਰਕਾਰ ਨੂੰ ਪੂਰੇ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਹੱਥਾਂ ਵਿੱਚ ਸਾਬਕਾ ਰਾਜੇ ਪ੍ਰਿਥਵੀ ਨਾਰਾਇਣ ਸ਼ਾਹ ਦੀਆਂ ਤਸਵੀਰਾਂ ਲੈ ਕੇ ਸੜਕਾਂ ਉੱਤੇ ਉਤਰ ਆਏ ਨੇ। ਉਹਨਾਂ ਨੂੰ ਆਧੁਨਿਕ ਨੇਪਾਲ ਦਾ ਨਿਰਮਾਤਾ ਮੰਨਿਆ ਜਾਂਦਾ ਹੈ। ਰਾਜਸ਼ਾਹੀ ਦੀ ਬਹਾਲੀ ਤੇ ਨੇਪਾਲ ਨੂੰ ਹਿੰਦੂ ਰਾਸ਼ਟਰ ਐਲਾਨਣ ਦੀ ਮੰਗ ਨੂੰ ਲੈ ਕੇ ਜਾਰੀ ਇਸ ਅੰਦੋਲਨ ਦੀ ਸ਼ੁਰੂਆਤ 30 ਅਕਤੂਬਰ ਨੂੰ ਬੁੱਟਵਲ 'ਚ ਹਿੰਦੂਵਾਦੀ ਸੰਗਠਨਾਂ ਦੀ ਮੋਟਰਸਾਈਕਲ ਰੈਲੀ ਨਾਲ ਸ਼ੁਰੂ ਹੋਈ ਸੀ, ਜੋ ਹੁਣ ਪੂਰੇ ਦੇਸ਼ ਵਿੱਚ ਫੈਲ ਚੁੱਕਿਆ ਹੈ। ਸਰਹੱਦੀ ਜ਼ਿਲ੍ਹੇ ਰੂਪਨਦੇਹੀ, ਨਵਲਪਰਾਸੀ, ਚਾਪਾ, ਕਪਿਲਵਸਤੂ, ਦਾਂਗ ਸਮੇਤ ਪਹਾੜੀ ਖੇਤਰਾਂ ਵਿੱਚ ਵੀ ਸਰਕਾਰ ਨੂੰ ਸਖਤ ਵਿਰੋਧ ਝੱਲਣਾ ਪੈ ਰਿਹਾ। ਹਾਲ ਹੀ ਵਿੱਚ ਕਾਠਮੰਡੂ, ਵਿਰਾਟਨਗਰ, ਤਨਗੜੀ, ਪੋਖਰਾ ਤੇ ਜਨਕਰਪੁਰ ਵਿੱਚ ਰਾਜਸ਼ਾਹੀ ਦੀ ਹਮਾਇਤ ਵਿੱਚ ਵੱਡੀ ਰੈਲੀ ਹੋ ਚੁੱਕੀ ਹੈ। ਨੇਪਾਲ ਦੇ ਵਰਕਰ ਮੋਟਰਸਾਈਕਲ ਰੈਲੀ ਕੱਢ ਕੇ ਅੰਦੋਲਨ ਨੂੰ ਹੋਰ ਵਿਆਪਕ ਬਣਾਉਣ ਵਿੱਚ ਲੱਗੇ ਹੋਏ ਨੇ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸੰਘਰਸ਼ ਲਗਾਤਾਰ ਜਾਰੀ ਹੈ। ਬੀਤੀ ਰਾਤ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਹੁਣ ਅੱਜ 9 ਦਸੰਬਰ ਦੀ ਬੈਠਕ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਅੱਜ ਦੀ ਮੀਟਿੰਗ ਨੂੰ ਲੈ ਕੇ ਆਸ ਸੀ ਕਿ ਬੈਠਕ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਹਾਲਾਂਕਿ ਸੰਘਰਸ਼ ਪ੍ਰਤੀ ਕਿਸਾਨਾਂ ਦਾ ਉਤਸ਼ਾਹ ਵੱਧਦਾ ਜਾ ਰਿਹਾ ਅਤੇ ਅੰਦੋਲਨ ਵਿੱਚ ਸ਼ਾਮਲ ਕਿਸਾਨ ਵੀ ਆਪਣੀ ਛਾਤੀ ਉੱਤੇ ਗੋਲੀਆਂ ਖਾਣ ਲਈ ਤਿਆਰ ਨੇ। ਮੁਲਾਕਾਤ ਤੋਂ ਬਾਅਦ ਵੀ ਕਈ ਠੋਸ ਹੱਲ ਨਾ ਹੋਣ ਕਾਰਨ ਲੰਬੇ ਸਮੇਂ ਤੋਂ ਅੰਦੋਲਨ ਦੀ ਸੰਭਾਵਨਾ ਕਾਰਨ ਇੱਥੇ ਕਿਸਾਨਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ, ਜਦਕਿ ਸਮਾਜ ਸੇਵੀ ਸੰਸਥਾਵਾਂ ਵੀ ਉਹਨਾਂ ਦੀ ਸਹੂਲਤ ਲਈ ਨਵੀਆਂ ਸਹੂਲਤਾਂ ਪ੍ਰਦਾਨ ਕਰ ਰਹੀਆਂ ਨੇ। ਦੂਜੇ ਪਾਸੇ ਕੇਂਦਰ ਸਰਕਾਰ ਨੇ ਅੰਦੋਲਨ ਵਾਲੀਆਂ ਥਾਵਾਂ ਉੱਤੇ ਪੁਲਿਸ ਦੇ ਨਾਲ-ਨਾਲ ਅਰਧ ਸੁਰੱਖਿਆ ਬਲਾਂ ਦੀ ਗਿਣਤੀ ਵੀ ਵਧਾ ਦਿੱਤੀ ਹੈ, ਜਦਕਿ ਇਸ ਦੇ ਨਾਲ ਹੀ ਉਹਨਾਂ ਨੇ ਕ੍ਰੇਨ ਨਾਲ ਪੱਥਰ ਦੀਆਂ ਵੱਡੀਆਂ ਸੜਕਾਂ ਨੂੰ ਸੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਨੂੰ ਪੁਲਿਸ ਨੇ ਸਿੰਘੂ ਸਰਹੱਦ ਤੋਂ ਨਰੇਲਾ ਨੂੰ ਜਾਣ ਵਾਲੀ ਸੜਕ ਨੂੰ ਵੱਡੇ ਪੱਥਰ ਲਗਾ ਕੇ ਰੋਕ ਦਿੱਤਾ। ਇਸ ਤੋਂ ਬਾਅਦ ਕਿਸਾਨ ਜੋਸ਼ ਵਿੱਚ ਆ ਗਏ ਅਤੇ ਉਹਨਾਂ ਨੇ ਆਪਣੇ ਟਰੈਕਟਰ ਵਿੱਚ ਰੱਸੀਆਂ ਬੰਨੀਆਂ ਅਤੇ ਚੁੱਕ ਕੇ ਇੱਕ ਸਾਈਡ ਵਿੱਚ ਕਰਕੇ ਆਪਣੇ ਲਈ ਰਾਹ ਬਣਾ ਲਿਆ। ਯੂਕੇ ਵਿੱਚ ਕਰੋਨਾ ਵਾਇਰਸ ਟੀਕਾਕਰਨ ਮੁਹਿੰਮ ਸ਼ੁਰੂ ਹੋ ਚੁੱਕੀ ਹੈ ਤੇ ਉੱਤਰੀ ਆਇਰਲੈਂਡ ਦੀ 90 ਸਾਲਾ ਔਰਤ ਨੂੰ ਸੰਸਾਰ ਵਿੱਚ ਸਭ ਤੋਂ ਪਹਿਲਾਂ ਫਾਈਜ਼ਰ ਬਾਇਓਟੈਕ ਦਾ ਕੋਵਿਡ-19 ਵੈਕਸੀਨ ਦਿੱਤਾ ਗਿਆ ਹੈ। ਯੂਨੀਵਰਸਿਟੀ ਹਸਪਤਾਲ ਕੋਵੈਂਟਰੀ ਵਿੱਚ ਵੈਕਸੀਨ ਲੈਣ ਵਾਲੀ ਮਾਰਗਰੇਟ ਕੀਨਰ ਨੇ ਕਿਹਾ ਕਿ ਉਹ ਪਹਿਲਾ ਟੀਕਾ ਲਵਾ ਕੇ ਸਨਮਾਨਿਤ ਮਹਿਸੂਸ ਕਰ ਰਹੀ ਹੈ। ਉਸਨੇ ਨੈਸ਼ਨਲ ਹੈਲਥ ਸਰਵਿਸ ਸਟਾਫ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਹੈ। ਕੀਨਰ ਨੇ ਕਿਹਾ ਕਿ ਉਹ 90 ਸਾਲ ਦੀ ਉਮਰ ਵਿੱਚ ਵੈਕਸੀਨ ਲੈ ਸਕਦੀ ਹੈ ਤਾਂ ਹਰ ਕੋਈ ਲੈ ਸਕਦਾ ਹੈ। ਹਾਲਾਂਕਿ
ਟੀਕਾਕਰਨ ਯੂਕੇ ਵਿੱਚ ਲਾਜ਼ਮੀ ਨਹੀਂ ਹੋਵੇਗਾ। ਮੁਲਕ ਵਿੱਚ ਹੁਣ ਤੱਕ ਕਰੋਨਾ ਦੇ 17,42,000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਕਰੀਬ 61,000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤੀ ਮੂਲ ਦੇ ਇੱਕ 87 ਸਾਲਾ ਵਿਅਕਤੀ ਨੂੰ ਵੀ ਪਹਿਲੇ ਗੇੜ ਵਿੱਚ ਨਿਊ ਕਾਸਲ ਵਿੱਚ ਵੈਕਸੀਨ ਦਿੱਤਾ ਗਿਆ ਹੈ। ਇਸ ਤਰ੍ਹਾਂ ਉਹ ਵੀ ਟੀਕਾ ਲੈਣ ਵਾਲੇ ਦੁਨੀਆ ਦੇ ਪਹਿਲੇ ਵਿਅਕਤੀਆਂ ਵਿੱਚ ਸ਼ੁਮਾਰ ਹੋ ਚੁੱਕਿਆ ਹੈ। ਹਰੀ ਸ਼ੁਕਲਾ ਨੂੰ 2 ਡੋਜ਼ ਵੈਕਸੀਨ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਅੱਜ ਦੇ ਦਿਨ ਨੂੰ ਵੀ ਡੇ ਜਾਂ ਵੈਕਸੀਨ ਡੇ ਕਰਾਰ ਦਿੱਤਾ ਹੈ। ਸ਼ੁਕਲਾ ਨੇ ਕਿਹਾ ਕਿ ਉਹ ਖੁਸ਼ ਹੈ ਤੇ ਲੱਗ ਰਿਹਾ ਹੈ ਕਿ ਅਸੀਂ ਮਹਾਮਾਰੀ ਦੇ ਅੰਤ ਵੱਲ ਵਧ ਰਹੇ ਹਾਂ। ਉਹਨਾਂ ਕਿਹਾ ਕਿ ਵੈਕਸੀਨ ਲੈਣਾ ਉਹ ਆਪਣਾ ਫਰਜ਼ ਸਮਝਦੇ ਨੇ। ਜ਼ਿਕਰਯੋਗ ਹੈ ਕਿ ਯੂਕੇ ਨੇ ਵੈਕਸੀਨ ਬਾਰੇ ਯੋਜਨਾਬੰਦੀ ਕੀਤੀ ਹੈ ਤੇ ਟੀਕਾ ਪਹਿਲਾਂ ਬਜ਼ੁਰਗਾਂ, ਆਸਰਾ ਘਰਾਂ ਵਿੱਚ ਰਹਿਣ ਵਾਲਿਆਂ ਤੇ ਸਿਹਤ ਕਰਮੀਆਂ ਨੂੰ ਦਿੱਤਾ ਜਾ ਰਿਹਾ ਹੈ। ਆਸਟ੍ਰੇਲੀਆ ਨੇ ਕੌਮਾਂਤਰੀ ਕਰੂਜ਼ ਸਮੁੰਦਰੀ ਜਹਾਜ਼ਾਂ ਤੇ ਆਸਟ੍ਰੇਲੀਅਨ ਨਾਗਰਿਕਾਂ ਉੱਤੇ ਮੁਲਕ ਛੱਡਣ ਦੀ ਲਗਾਈ ਪਾਬੰਦੀ ਨੂੰ ਅਗਲੇ ਹੋਰ 3 ਮਹੀਨਿਆਂ ਦੇ ਭਾਵ ਮਾਰਚ ਮਹੀਨੇ ਤੱਕ ਵਧਾ ਦਿੱਤਾ ਹੈ। ਮੰਗਲਵਾਰ ਨੂੰ ਐਲਾਨੇ ਇਸ ਵਾਧੇ ਦਾ ਮਤਲਬ ਇਹ ਹੋਇਆ ਕਿ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਕੇਸ ਘਟਣ ਦੇ ਬਾਵਜੂਦ ਐਲਾਨੀ ਹਿਊਮਨ ਬਾਇਓਸਿਕਿਉਰਿਟੀ ਐਮਰਜੈਂਸੀ ਘੱਟੋ-ਘੱਟ 1 ਸਾਲ ਲਈ ਆਇਦ ਰਹੇਗੀ। ਕਾਬਿਲੇ ਗੌਰ ਹੈ ਕਿ ਆਸਟ੍ਰੇਲੀਆ ਨੇ ਮਾਰਚ ਮਹੀਨੇ ਮਹਾਮਾਰੀ ਦੇ ਆਗਾਜ਼ ਤੋਂ ਮੁਲਕ ਦੀਆਂ ਸਰਹੱਦਾਂ ਉੱਤੇ ਵਿਸ਼ਵ ਦੀਆਂ ਸਭ ਤੋਂ ਸਖਤ ਪਾਬੰਦੀਆਂ ਲਾ ਦਿੱਤੀਆਂ ਸਨ, ਜਿਨ੍ਹਾਂ ਤਹਿਤ ਆਸਟ੍ਰੇਲੀਅਨ ਸ਼ਹਿਰੀਆਂ ਤੇ ਪੱਕੇ ਨਾਗਰਿਕਾਂ ਨੂੰ ਮੁਲਕ ਛੱਡਣ ਮੌਕੇ ਪਰਮਿਟ ਲਈ ਅਪਲਾਈ ਕਰਨਾ ਪੈਂਦਾ ਹੈ ਜਾਂ ਫਿਰ ਹੰਗਾਮੀ ਲੋੜ ਨੂੰ ਸਾਬਤ ਕਰਨਾ ਪੈਂਦਾ ਹੈ। ਆਸਟ੍ਰੇਲੀਆ ਸਰਕਾਰ ਵੱਲੋਂ ਜਾਰੀ ਸੱਜਰੇ ਆંકੜਿਆਂ ਮੁਤਾਬਕ ਦੇਸ਼ ਵਿੱਚ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ 1618 ਹੈ। ਅਮਰੀਕਾ ਦੇ ਕਈ ਸੰਸਦ ਮੈਂਬਰਾਂ ਨੇ ਭਾਰਤ ਵਿੱਚ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਮਾਇਤ ਕੀਤੀ ਹੈ ਅਤੇ ਉਹਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਦੀ ਅਪੀਲ ਵੀ ਕੀਤੀ ਹੈ। ਅਮਰੀਕੀ ਕਾਂਗਰਸ ਦੇ ਸੰਸਦ ਮੈਂਬਰ ਡਗ ਲਾਮਾਫਾ ਨੇ ਕਿਹਾ ਕਿ ਭਾਰਤ ਵਿੱਚ ਆਪਣੀ ਰੋਜ਼ੀ ਰੋਟੀ ਬਚਾਉਣ ਖਾਤਰ ਅਤੇ ਸਰਕਾਰ ਦੇ ਅਸਪਸ਼ਟ ਨਿਯਮਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਪੰਜਾਬੀ ਕਿਸਾਨਾਂ ਦੀ ਮੈਂ ਹਮਾਇਤ ਕਰਦਾ ਹਾਂ। ਕੈਲੀਫੋਰਨੀਆ ਤੋਂ ਰਿਪਬਲਿਕਨ ਸੰਸਦ ਮੈਂਬਰ ਨੇ ਕਿਹਾ ਕਿ ਪੰਜਾਬੀ ਕਿਸਾਨਾਂ ਨੂੰ ਆਪਣੀ ਸਰਕਾਰ ਖਿਲਾਫ ਹਿੰਸਾ ਦੇ ਡਰ ਤੋਂ ਬਿਨਾਂ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਡੈਮੋਕ੍ਰੈਟਿਕ ਸੰਸਦ ਮੈਂਬਰ ਜੋਸ਼ ਹਾਰਡਰ ਨੇ ਕਿਹਾ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਜਮਹੂਰੀ ਮੁਲਕ ਹੈ। ਉਸ ਨੂੰ ਆਪਣੇ ਨਾਗਰਿਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਕਿਸਾਨਾਂ ਨਾਲ ਸਾਰਥਕ ਗੱਲਬਾਤ ਦੀ ਅਪੀਲ ਕਰਦਾ ਹਾਂ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹਨਾਂ ਦੇ ਕਾਰਜਕਾਲ ਦੇ ਪਹਿਲੇ 3 ਮਹੀਨਿਆਂ ਵਿੱਚ 10 ਕਰੋੜ ਲੋਕਾਂ ਤੱਕ ਕੋਰੋਨਾ ਵਾਇਰਸ ਦਾ ਟੀਕਾ ਮੁਹੱਈਆ ਕਰਵਾਇਆ ਜਾਵੇਗਾ। ਬਾਈਡਨ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ 100 ਦਿਨਾਂ ਵਿੱਚ ਕੋਵਿਡ-19 ਟੀਕੇ ਦੀਆਂ 10 ਕਰੋੜ ਖੁਰਾਕਾਂ ਮੁਹੱਈਆ ਕਰਾਉਣ ਦਾ ਸੰਕਲਪ ਲਿਆ। ਮਹਾਮਾਰੀ ਨਾਲ ਨਜਿੱਠਣ ਲਈ ਆਪਣੀ ਟੀਮ ਦੀ ਜਾਣ ਪਛਾਣ ਕਰਵਾਉਂਦਿਆਂ ਬਾਈਡਨ ਨੇ ਡੈਲਾਵੇਅਰ ਵਿੱਚ ਮੰਗਲਵਾਰ ਨੂੰ ਕਿਹਾ ਕਿ ਸ਼ੁਰੂ ਵਿੱਚ ਨਵੀਂ ਸਰਕਾਰ ਦੀ ਸਿਖਰ ਉੱਤੇ 3 ਤਰਜੀਹਾਂ ਹੋਣਗੀਆਂ। ਉਹਨਾਂ ਨੇ ਅਮਰੀਕੀ ਜਨਤਾ ਨੂੰ ਅਗਲੇ 100 ਦਿਨ ਤੱਕ ਮਾਸਕ ਪਾਉਣ ਦੀ ਅਪੀਲ ਕੀਤੀ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਨੇ ਕਿਹਾ ਕਿ ਸੰਘੀ ਦਫ਼ਤਰਾਂ ਅਤੇ ਜਨਤਕ ਟਰਾਂਸਪੋਰਟ ਸੇਵਾਵਾਂ ਵਿੱਚ ਇਸ ਨੂੰ ਲਾਜ਼ਮੀ ਕੀਤਾ ਗਿਆ ਹੈ। ਇਸ ਤੋਂ ਬਾਅਦ ਬਾਈਡਨ ਨੇ ਇਸੇ ਮਿਆਦ ਵਿੱਚ 10 ਕਰੋੜ ਅਮਰੀਕੀ ਲੋਕਾਂ ਦੇ ਵਿੱਚ ਟੀਕਾ ਵੰਡਣ ਦਾ ਵਾਅਦਾ ਵੀ ਕੀਤਾ ਹੈ। ਬਾਈਡਨ ਨੇ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਉਹਨਾਂ ਦੇ ਕਾਰਜਕਾਲ ਦੇ ਪਹਿਲੇ 100 ਦਿਨ ਦੇ ਅੰਦਰ ਵਾਇਰਸ ਨੂੰ ਇੰਨਾ ਤੱਕ ਕਾਬੂ ਵਿੱਚ ਲਿਆਂਦਾ ਜਾ ਸਕੇਗਾ ਕਿ ਜ਼ਿਆਦਾਤਰ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਸਕੇ। ਬਾਈਡਨ ਨੇ ਕਿਹਾ ਕਿ ਬੱਚਿਆਂ ਨੂੰ ਦੁਬਾਰਾ ਸਕੂਲ ਭੇਜਣਾ ਰਾਸ਼ਟਰੀ ਤਰਜੀਹ ਹੋਣੀ ਚਾਹੀਦੀ ਹੈ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਪੰਜਾਬ ਮੇਲ USA TV।